ਪਿਆਰੇ ਸਰੋਤਿਓ, ਬਨਾਵਟੀ ਬੌਧਿਕਤਾ ਦੀ ਵਿਗਿਆਨ ਵਰਤੋਂ ਦੇ ਭਵਿੱਖ ਬਾਬਤ ਸਾਡੇ ਲੜੀਵਾਰ ਆਉਣ ਵਾਲਾ ਕੱਲ ਦੀ 21ਵੀਂ ਕੜੀ ਪ੍ਰਤੀਕਿਰਿਆ ਕੋਡ ਤੇ ਬਨਾਵਟੀ ਬੌਧਿਕਤਾ ਵਿੱਚ ਨਿੱਘਾ ਸਵਾਗਤ ਹੈ। ਨਸਰੀਨ, ਉਹ ਇੰਟਰਵਿਊ ਕਿੱਥੇ ਹੈ ਜੋ ਤੂੰ ਮੈਨੂੰ ਵਾਅਦਾ ਕੀਤਾ ਸੀ? ਮੈਂ ਤਾਂ ਆਪਣਾ ਪੇਜ ਮੇਕਅਪ ਵੀ ਪੂਰਾ ਨਹੀਂ ਕਰ ਸਕਦਾ ਉਸ ਤੋਂ ਬਿਨਾ। ਤੁਹਾਨੂੰ ਭਰਨ ਲਈ ਕਿੰਨੀ ਕੁ ਸਪੇਸ ਚਾਹੀਦੀ ਹੈ? ਇੱਕ ਪੂਰਾ ਕਾਲਮ। ਜੇ ਮੈਂ ਇਹ ਗੱਲ ਸੰਪਾਦਕ ਨੂੰ ਦੱਸਦਾ ਨਾ ਤਾਂ ਉਹ ਮੈਨੂੰ ਇਹਦੀ ਥਾਂ ਨੂੰ ਇਸ਼ਤਿਹਾਰਾਂ ਨਾਲ ਭਰਨ ਲਈ ਕਹੇਗੀ। ਮੈਂ ਆਪਣਾ ਪੇਜ ਖਰਾਬ ਨਹੀਂ ਕਰਨਾ ਨਸਰੀਨ। ਓਕੇ ਐਨੇ ਪਰੇਸ਼ਾਨ ਨਾ ਹੋਵੋ। ਮੈਂ ਅੱਜ ਰਾਤ ਨੂੰ ਇੰਟਰਵਿਊ ਕਰ ਲਵਾਂਗੀ ਤੇ ਤੁਹਾਨੂੰ ਟ੍ਰਾਂਸਕ੍ਰਿਪਟ ਤੁਹਾਡੀ ਡੈਸਕ ਤੇ ਕੱਲ ਸਵੇਰ ਤੱਕ ਮਿਲ ਜਾਏਗੀ। ਅੱਛਾ, ਤੇ ਤੁਸੀਂ ਇੰਟਰਵਿਊ ਫੋਨ ਤੇ ਕਰਨ ਜਾ ਰਹੇ ਹੋ? ਕੁਝ ਤਾਂ ਸੋਚੋ। ਤੁਸੀਂ ਤਾਂ ਪੱਤਰਕਾਰੀ ਦਾ ਉਤਸ਼ਾਹ ਹੀ ਖਤਮ ਕਰ ਰਹੇ ਹੋ। ਇੱਕ ਭੁੱਲ ਚੁੱਕੇ ਫਿਲਮ ਨਿਰਦੇਸ਼ਕ ਦੀ ਵਾਪਸੀ ਦਾ ਪਲਾਨ, ਇੱਕ ਬੇਮਿਸਾਲ ਫਿਲਮ ਨਾਲ, ਤੇ ਤੁਸੀਂ ਸਟੋਰੀ ਫੋਨ ਤੇ ਕਰਨ ਦਾ ਪਲਾਨ ਕੀਤਾ। ਚਲੋ ਹੁਣ ਇੰਨੇ ਨਿਰਣਾਇਕ ਨਾ ਬਣੋ। ਮੈਂ ਪਹਿਲਾਂ ਹੀ ਪਿਛਲੇ ਮੰਗਲਵਾਰ ਉਸ ਵਿਅਕਤੀ ਨਾਲ ਮੁਲਾਕਾਤ ਕੀਤੀ ਸੀ, ਪਰ ਉਹ ਉਸ ਦਿਨ ਪਰੇਸ਼ਾਨ ਲੱਗ ਰਿਹਾ ਸੀ, ਜਿਸ ਕਰਕੇ ਮੈਂ ਇਸ ਇੰਟਰਵਿਊ ਤੇ ਵਿਚਾਰ ਵਟਾਂਦਰਾ ਅੱਗੇ ਨਹੀਂ ਵਧਾ ਸਕੀ। ਉਹ ਅੱਜ ਵਧੀਆ ਮੂਡ ਵਿੱਚ ਲੱਗਦਾ ਹੈ। 2 ਘੰਟੇ ਪਹਿਲਾਂ ਮੈਨੂੰ ਉਸ ਤੋਂ ਇੱਕ ਮੈਸੇਜ ਆਇਆ ਹੋਇਆ ਸੀ ਤੇ ਉਸ ਦਾ ਬਿਹੇਵ ਪੋਜ਼ਿਟਿਵ ਸੀ। ਇਸ ਲਈ ਅੱਜ ਆਸ ਦੀ ਇੱਕ ਕਿਰਨ ਹੈ। ਹਾਂ, ਚਮਕਦਾਰ ਤੇ ਵਿਆਪਕ ਰੌਸ਼ਨੀ। ਰੋਹਿਤ, ਵੈਸੇ ਗੋਪਾਲ ਕਿੱਥੇ ਗਿਆ? ਮੈਂ ਉਸ ਨੂੰ ਕੌਫੀ ਲਿਆਉਣ ਲਈ ਕਿਹਾ ਸੀ। ਠਹਿਰੋ, ਮੈਂ ਲਿਆਉਣਾ। ਇੰਨੇ ਉਦਾਰ ਨਾ ਹੋਵੋ ਰੋਹਿਤ। ਮੈਂ ਤਾਂ ਤੁਹਾਨੂੰ ਤੁਹਾਡੇ ਵੱਲੋਂ ਮੰਗਿਆ ਗਿਆ ਮਟੀਰੀਅਲ ਵੀ ਅਜੇ ਤੱਕ ਨਹੀਂ ਦਿੱਤਾ। ਮੈਂ ਜਿਹੋ ਜਿਹਾ ਹਾਂ ਉਸ ਤੋਂ ਅਲੱਗ ਕੁਝ ਨਹੀਂ ਕਰ ਰਿਹਾ। ਐਕਚੁਅਲੀ ਮੈਂ ਆਪਣੇ ਲਈ ਵੀ ਕੌਫੀ ਦਾ ਕੱਪ ਚਾਹੁੰਦਾ। 1 ਮਿੰਟ 'ਚ ਆਇਆ। ਕਿੱਥੇ ਚਲਾ ਗਿਆ ਸੀ? ਘੰਟਾ ਹੋ ਗਿਆ। ਮੈਂ ਤੈਨੂੰ ਕੌਫੀ ਲਿਆਉਣ ਲਈ ਕਿਹਾ ਸੀ। ਮੈਨੂੰ ਦੋਸ਼ ਨਾ ਦੇਵੋ ਦੀਦੀ। ਸੰਪਾਦਕ ਮੈਡਮ ਨੇ ਮੈਨੂੰ ਕੋਨੇ ਵਾਲਾ ਕਮਰਾ ਸਾਫ਼ ਕਰਨ ਲਈ ਕਿਹਾ ਸੀ ਤੇ ਮੈਂ ਉੱਥੇ ਸੀ। ਉਹ ਹੁਣ ਤੁਹਾਨੂੰ ਬੁਲਾ ਰਹੇ ਨੇ। ਮੈਨੂੰ? ਇਹ ਕੀ ਹੋ ਰਿਹਾ? ਮੇਰੀ ਕੀ ਲੋੜ ਆਣ ਪਈ? ਗੋਪਾਲ, ਤੈਨੂੰ ਕੋਈ ਆਈਡੀਆ ਹੈ? ਨਹੀਂ ਦੀਦੀ, ਪਰ ਸੰਪਾਦਕ ਮੈਡਮ ਗੰਭੀਰ ਲੱਗ ਰਹੇ ਹਨ। ਮੈਂ ਸਮਝ ਗਈ। ਸ਼ਾਮ ਖਰਾਬ ਹੋ ਗਈ। ਓਕੇ, ਜਿਵੇਂ ਉਹਨਾਂ ਦੀ ਮਰਜ਼ੀ। ਮੈਡਮ ਨਸਰੀਨ, ਕੀ ਹਾਲ ਚਾਲ ਨੇ? ਬੜੇ ਚੁੱਪ ਬੈਠੇ ਹੋ। ਬਹੁਤ ਵਧੀਆ ਜੀ, ਤੁਸੀਂ ਸੁਣਾਓ? ਮੈਂ ਠੀਕ ਹਾਂ ਮੈਡਮ। ਬਸ ਉਹ ਮੈਡਮ ਅਰਪਿਤਾ ਯਾਦ ਕਰ ਰਹੇ ਤੁਹਾਨੂੰ। ਓਕੇ, ਮੈਂ ਬਸ ਜਾ ਹੀ ਰਹੀ ਸੀ। ਗੁੱਡ ਮਾਰਨਿੰਗ ਮੈਮ, ਤੁਸੀਂ ਮੈਨੂੰ ਬੁਲਾਇਆ ਸੀ? हाँ नसरीन, आओ बैठो प्लीज़। मैंने सिर्फ 1 सैकेंड दिओ, आ ईमेल नू ख़त्म कर लवां। ਤੁਹਾਡੀ ਮਦਦ ਬਹੁਤ ਮਹੱਤਵਪੂਰਨ ਹੋਵੇਗੀ ਇਸ ਸੰਬੰਧ ਵਿੱਚ। ਤੁਹਾਡੀ ਹੋ ਗਿਆ, ਭੇਜਿਆ ਗਿਆ। ਕੁਝ ਖਾਸ ਮੈਮ? ਬਿਲਕੁਲ ਖਾਸ ਹੈ। ਨਹੀਂ, ਮੈਂ ਤੁਹਾਨੂੰ ਆਪਣੇ ਆਪਰੇਸ਼ਨ ਦੇ ਇਸ ਪ੍ਰਾਈਮ ਸਮੇਂ 'ਤੇ ਕਿਉਂ ਪਰੇਸ਼ਾਨ ਕਰਦੀ? ਮੈਂ ਇਸ ਨੂੰ ਗੁਪਤ ਰੱਖਣਾ ਹੈ। ਕੀ ਮੈਂ ਤੁਹਾਡੇ 'ਤੇ ਵਿਸ਼ਵਾਸ ਕਰ ਸਕਦੀ ਹਾਂ ਨਸਰੀਨ? ਬੇਸ਼ੱਕ ਮੈਮ, ਪਰ ਮੇਰਾ ਮਤਲਬ ਮੇਰੇ ਕੋਲ ਤੁਹਾਡੇ ਕੋਲ ਕੋਈ ਸੁਰਾਗ ਨਹੀਂ ਹੈ। ਮੈਨੂੰ ਪਤਾ ਸੀ। ਆਪਣੇ ਪ੍ਰਬੰਧ ਨਿਰਦੇਸ਼ਕ ਤੋਂ ਸੁਨੇਹਾ ਮਿਲਣ ਤੋਂ ਬਾਅਦ ਮੈਂ ਇਸ ਬਾਰੇ ਕਿਸੇ ਨਾਲ ਵੀ ਵਿਚਾਰ ਵਟਾਂਦਰਾ ਨਹੀਂ ਕੀਤਾ। ਕਮਰੇ ਤੋਂ ਬਾਹਰ ਮੌਜੂਦ ਹਵਾ ਕੋਲ ਵੀ ਇਸ ਬਾਰੇ ਕੋਈ ਸੁਰਾਗ ਨਹੀਂ ਹੋਣਾ ਚਾਹੀਦਾ। ਮੈਨੂੰ ਤਾਂ ਡਰ ਲੱਗ ਰਿਹਾ ਮੈਮ। ਤੁਸੀਂ ਸੂਝਵਾਨ ਤੇ ਮਿਹਨਤੀ ਹੋ। ਤੁਸੀਂ ਕੰਪਿਊਟਰ ਸੌਫਟਵੇਅਰ ਨੂੰ ਹੈਂਡਲ ਕਰਨ ਵਿੱਚ ਦੂਜਿਆਂ ਤੋਂ ਅੱਗੇ ਹੋ। ਤੁਹਾਡੀ ਇਹੀ ਚੀਜ਼ ਤੁਹਾਨੂੰ ਇਸ ਪ੍ਰੋਜੈਕਟ ਲਈ ਖਾਸ ਉਮੀਦਵਾਰ ਬਣਾਉਂਦੀ ਹੈ। ਵੈਸੇ ਮੈਮ, ਇਹ ਸਾਰਾ ਮਾਮਲਾ ਕੀ ਹੈ? ਮੈਂ ਸਸਪੈਂਸ ਨਾਲ ਮਰੀ ਜਾ ਰਹੀ ਹਾਂ। ਅਸੀਂ ਇੱਕ ਅਜਿਹਾ ਸਿਸਟਮ ਸ਼ੁਰੂ ਕਰਨ ਜਾ ਰਹੇ ਹਾਂ
ਜੋ ਸਾਨੂੰ ਇਸ ਬਾਰੇ ਸਹੀ ਸੂਚਨਾ ਦੇਵੇਗਾ ਕਿ ਸਾਡੇ ਪ੍ਰਤੀਯੋਗੀ ਕੀ ਕਰਨ ਜਾ ਰਹੇ ਨੇ। ਇਸ ਤਰ੍ਹਾਂ ਯੋਜਨਾਬੰਦੀ ਤੇ ਕਾਰਜ ਯੋਜਨਾ ਨੂੰ ਅਮਲ ਰੂਪ ਦੇਣ ਵਿੱਚ ਅਸੀਂ ਉਹਨਾਂ ਤੋਂ ਅੱਗੇ ਰਿਹਾ ਕਰਾਂਗੇ। ਇੱਕ ਨਵਾਂ ਸਿਸਟਮ? ਪਰ ਹਰ ਮੀਡੀਆ ਹਾਊਸ ਦੇ ਜਾਸੂਸ ਦੂਸਰੇ ਮੀਡੀਆ ਹਾਊਸਸ ਦੇ ਵਿੱਚ ਮੌਜੂਦ ਹੁੰਦੇ ਨੇ ਜੋ ਪ੍ਰਤੀਯੋਗੀਆਂ ਦੀਆਂ ਭਵਿੱਖ ਵਿੱਚ ਯੋਜਨਾਵਾਂ ਦੀ ਸੂਚਨਾ ਨੂੰ ਅੱਗੇ ਪਹੁੰਚਾਉਂਦੇ ਨੇ। ਇਹ ਕਾਫੀ ਨਹੀਂ ਹੈ ਮੈਮ? ਬਿਲਕੁਲ ਨਹੀਂ। ਇਸ ਬਾਰੇ ਸੋਚੋ। ਮੈਂ ਅਰਪਿਤਾ, ਤੁਸੀਂ ਨਸਰੀਨ ਤੇ ਸਾਡੇ ਬਾਕੀ ਮੈਂਬਰ, ਸਾਡੇ ਆਫਿਸ ਵਿੱਚ ਰਹਿੰਦੇ ਜਾਸੂਸ ਜੋ ਸਾਡੀ ਸੂਚਨਾ ਨਾਲ ਦੂਜੇ ਹਾਊਸਸ ਦੀ ਮਦਦ ਕਰਦੇ ਨੇ ਬਾਬਤ ਭਲੀ ਭਾਂਤ ਜਾਣਦੇ ਨੇ। ਇਸ ਲਈ ਅਸੀਂ ਉਹਨਾਂ ਨੂੰ ਆਪਣੀਆਂ ਸਭ ਤੋਂ ਵੱਧ ਮਹੱਤਵਪੂਰਨ ਮੀਟਿੰਗਾਂ ਦਾ ਹਿੱਸਾ ਬਣਨ ਦੀ ਆਗਿਆ ਨਹੀਂ ਦਿੰਦੇ। ਅਸੀਂ ਇਸ ਨੂੰ ਗੁਪਤ ਰੱਖਦੇ ਹਾਂ। ਦੂਸਰੇ ਹਾਊਸਸ ਵੀ ਅਜਿਹਾ ਹੀ ਕਰਦੇ ਨੇ। ਤਾਂ ਤੁਹਾਨੂੰ ਉਹਨਾਂ ਨਵੇਕਲੀਆਂ ਚਾਲਾਂ ਦਾ ਕਿਸ ਤਰ੍ਹਾਂ ਪਤਾ ਲੱਗੇਗਾ ਜੋ ਆਪਣੇ ਪ੍ਰਤੀਯੋਗੀ ਬਣਾਉਣ ਜਾ ਰਹੇ ਨੇ? ਇਹ ਤਾਂ ਪੂਰੀ ਤਰ੍ਹਾਂ ਤਰਕਪੂਰਨ ਹੈ ਮੈਮ, ਪਰ ਨਵਾਂ ਸਿਸਟਮ ਕਿਸ ਤਰ੍ਹਾਂ ਦਾ ਹੈ? ਇਹ ਇੱਕ ਪ੍ਰੋਗਰਾਮ ਹੈ ਜੋ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਉੱਪਰ ਆਧਾਰਿਤ ਹੈ। ਬਨੌਟੀ ਬੌਧਿਕਤਾ? ਉਹ ਕਿਸ ਤਰ੍ਹਾਂ ਆਪਣੇ ਲਈ ਲਾਭਦਾਇਕ ਹੋਏਗੀ ਮੈਮ? ਇੱਥੇ ਤੁਹਾਡੀ ਭੂਮਿਕਾ ਆਉਂਦੀ ਹੈ। ਸਿਸਟਮ ਨੂੰ ਹੁਸ਼ਿਆਰੀ ਨਾਲ ਇਸ ਤਰ੍ਹਾਂ ਲੈਸ ਕੀਤਾ ਜਾਏ ਕਿ ਇੱਕ ਮੀਡੀਆ ਹਾਊਸ ਦੇ ਕੰਮਾਂ ਦੀ ਵੱਧ ਤੋਂ ਵੱਧ ਸੂਚਨਾ ਇਕੱਠੀ ਕਰੇ। ਸਾਡੇ ਪ੍ਰਤੀਯੋਗੀਆਂ ਦੇ ਕੰਮਾਂ ਦਾ ਮਾਡਲ ਬਣਾਉਣ ਵਿੱਚ ਇਹ ਇਸ ਦੀ ਮਦਦ ਕਰੇਗਾ। ਤੇ ਫਿਰ ਇਹ ਸਾਡੇ ਪ੍ਰਸ਼ਨਾਂ ਦੇ ਜਵਾਬ ਦੇਵੇਗਾ। ਤੁਹਾਨੂੰ ਸਹੀ ਸੁਨੇਹਾ ਮਿਲ ਹੀ ਗਿਆ। ਹੁਣ ਜਲਦੀ ਕਰੋ, ਆਪਣੇ ਵਰਕ ਸਟੇਸ਼ਨ ਅਤੇ ਹੋਰ ਸਮਾਨ ਨੂੰ ਇਸ ਕੋਨੇ ਵਾਲੇ ਕਮਰੇ 'ਚ ਲੈ ਆਓ। ਗੋਪਾਲ ਨੇ ਕਮਰਾ ਸਾਫ਼ ਕਰ ਦਿੱਤਾ ਹੈ। ਇਹ ਸਭ ਕਾਸੇ ਲਈ ਤਿਆਰ ਹੈ। ਤੁਹਾਡਾ ਮਤਲਬ ਹੈ ਕਿ ਮੈਂ ਇਸ ਸ਼ਾਮ ਤੋਂ ਪੱਤਰਕਾਰ ਨਹੀਂ ਹਾਂ, ਕੇਵਲ ਇੱਕ ਗੁਪਤ ਆਪਰੇਸ਼ਨ ਦੀ ਇੰਚਾਰਜ ਹਾਂ? ਸ਼ਾਂਤ ਰਹੋ ਨਸਰੀਨ, ਤੁਸੀਂ ਉਹੀ ਰਹਿਣਾ ਹੈ ਜੋ ਹੋ, ਇੱਕ ਪੱਤਰਕਾਰ। ਪਰ ਇਸ ਦੇ ਨਾਲ ਹੀ ਤੁਹਾਡਾ ਕੰਮ ਸਿਸਟਮ ਨੂੰ ਸੂਚਨਾ ਨਾਲ ਲੈਸ ਕਰਨਾ ਤੇ ਇਸ ਦੇ ਨਾਲ ਸੰਬੰਧਿਤ ਬੌਧਿਕ ਪ੍ਰਸ਼ਨ ਪੁੱਛਣਾ। ਚਿੰਤਾ ਨਾ ਕਰੋ, ਕੰਪਨੀ ਤੁਹਾਨੂੰ ਉਸ ਦੇ ਅਨੁਸਾਰ ਇਨਾਮ ਵੀ ਦੇਵੇਗੀ। ਓਕੇ ਮੈਮ। ਕੀ ਮੈਂ ਉਸ ਕਮਰੇ ਵਿੱਚ ਇਕੱਲੀ ਹੋਵਾਂਗੀ? ਤੁਸੀਂ ਕਿਸ ਤੇ ਭਰੋਸਾ ਕਰ ਸਕਦੇ ਹੋ ਰੋਹਿਤ? ਹਾਂ, ਮੇਰਾ ਮਤਲਬ ਅਗਰ ਤੁਸੀਂ... ਮੈਨੂੰ ਤੁਹਾਡੇ ਦੋਵਾਂ ਦੀ ਕੈਮਿਸਟਰੀ ਦਾ ਪਤਾ ਹੈ, ਪਰ ਮੈਂ ਰੋਹਿਤ ਦੇ ਬਾਰੇ 100% ਕੌਨਫੀਡੈਂਟ ਨਹੀਂ ਹਾਂ। ਉਹ ਤੁਸੀਂ ਮੇਰੇ ਤੇ ਛੱਡ ਸਕਦੇ ਹੋ ਮੈਮ। ਰੋਹਿਤ ਉਸੇ ਤਰ੍ਹਾਂ ਬਿਹੇਵ ਕਰੇਗਾ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ। ਹੋਰ ਕੁਝ ਮੈਮ? ਨਸਰੀਨ, ਇਹ ਬਹੁਤ ਹੀ ਮਹੱਤਵਪੂਰਨ ਪ੍ਰੋਜੈਕਟ ਹੈ ਸਾਡੇ ਲਈ। ਮੈਂ ਆਸ ਕਰਦੀ ਹਾਂ ਕਿ ਤੁਸੀਂ ਇਸ ਜ਼ਿੰਮੇਵਾਰੀ ਦੀ ਪੂਰੀ ਕਦਰ ਕਰੋਗੇ। ਯਕੀਨ ਰੱਖੋ ਮੈਮ, ਮੈਂ ਤੁਹਾਡੀ ਲੋੜ ਤੇ ਉਮੀਦ ਅਨੁਸਾਰ ਖਰੀ ਉਤਰਾਂਗੀ। ਓਕੇ, ਫਿਰ ਹੁਣ ਤੁਸੀਂ ਆਪਣੇ ਡੈਸਕ ਤੇ ਵਾਪਸ ਜਾਓ ਤੇ ਨਵੇਂ ਪ੍ਰੋਜੈਕਟ ਲਈ ਤਿਆਰੀਆਂ ਸ਼ੁਰੂ ਕਰੋ। ਥੈਂਕ ਯੂ ਮੈਮ। ਹੈਲੋ ਪਰੀ ਜੀ, ਤੁਹਾਡੀ ਕੌਫੀ ਅੰਟਾਰਕਟਿਕ ਦੀ ਬਰਫ਼ ਦੀ ਤਹਿ ਵਾਂਗ ਠੰਡੀ ਹੋ ਗਈ ਹੈ ਤੇ ਤੁਹਾਡਾ ਸੇਵਕ ਰੋਹਿਤ ਇਸ ਗੱਲ ਤੋਂ ਬਿਲਕੁਲ ਵੀ ਹੈਰਾਨ ਨਹੀਂ ਹੈ। ਹਾਂ, ਬੈਠੋ ਰੋਹਿਤ, ਸਾਡੇ ਕੋਲ ਵਿਚਾਰਨ ਲਈ ਕੋਈ ਜ਼ਰੂਰੀ ਗੱਲਾਂ ਨੇ। ਹੈਂ? ਗੰਭੀਰ? ਰਿਟਰੈਚਮੈਂਟ? ਤਨਖਾਹ ਕੱਟਣੀ? ਓਹੋ, ਛੱਡੋ ਇਹਨਾਂ ਗੱਲਾਂ ਨੂੰ। ਇਹਨਾਂ ਵਿੱਚੋਂ ਕੁਝ ਵੀ ਨਹੀਂ। ਇਸ ਦੇ ਉਲਟ ਤੇਰੀ ਤਨਖਾਹ ਵੱਧ ਸਕਦੀ ਹੈ ਅਗਰ ਤੁਸੀਂ ਮੇਰੇ ਨਾਲ ਕੰਮ ਕਰਨ ਲਈ ਸਹਿਮਤ ਹੋਵੋ। ਕੀ ਕਹਿ ਰਹੇ ਹੋ ਨਸਰੀਨ? ਕੀ ਮੈਂ ਕਦੇ ਤਲਾਕ ਲਈ ਕਿਹਾ ਹੈ? ਮੇਰਾ ਮਤਲਬ ਕਿ ਇੱਕ ਅਲੱਗ ਡੈਸਕ ਲਈ ਕਿਹਾ ਹੈ ਮੈਂ ਤੁਹਾਨੂੰ ਇਹੋ ਜਿਹਾ ਸਮਰਪਿਤ ਸਹਿਯੋਗੀ ਕਿਤੇ ਨਹੀਂ ਮਿਲੇਗਾ। ਬਕਵਾਸ ਬੰਦ ਕਰ ਰੋਹਿਤ, ਆਪਣਾ ਆਫਿਸ ਕੁਝ ਨਵਾਂ ਕਰਨ ਜਾ ਰਿਹਾ ਹੈ। ਹੈਲੋ ਨਸਰੀਨ। ਹੈਲੋ ਸੰਧਿਆ, ਕੀ ਹੋਇਆ? ਤੂੰ ਥੋੜਾ ਪਰੇਸ਼ਾਨ ਲੱਗ ਰਹੀ ਹੈ। ਸਭ ਠੀਕ ਤਾਂ ਹੈ? ਪਰੇਸ਼ਾਨ ਨਹੀਂ, ਸਭ ਠੀਕ ਹੈ। ਵੈਸੇ ਨਸਰੀਨ, ਸੰਪਾਦਕ ਮੈਮ ਨੇ ਤੁਹਾਨੂੰ ਕੁਝ ਦੱਸਿਆ? ਮੈਂ ਸੁਣਿਆ ਹੈ ਕਿ ਤੁਸੀਂ ਉਸ ਕਮਰੇ ਵਿੱਚ ਜਾ ਰਹੇ ਹੋ। ਮੈਨੂੰ ਲੱਗਦਾ ਹੈ ਤੁਹਾਨੂੰ ਤਰੱਕੀ ਮਿਲ ਗਈ ਹੈ। ਨਹੀਂ ਸੰਧਿਆ, ਅਜਿਹਾ ਕੁਝ ਨਹੀਂ ਹੈ। ਕੁਝ ਗੁਪਤ? ਅਸਲ ਵਿੱਚ ਹੋਰ ਕੀ ਹੈ ਨਸਰੀਨ? ਅਜਿਹਾ ਕੁਝ ਵੀ ਖਾਸ ਨਹੀਂ ਹੈ। ਬਾਕੀ ਯਕੀਨ ਰੱਖ ਸੰਧਿਆ, ਮੈਨੂੰ ਮੇਰੀ ਤੈਅ ਕੀਤੀ ਡਿਊਟੀ ਤੋਂ ਇਲਾਵਾ ਆਪਣੇ ਹਾਊਸ ਲਈ ਕੁਝ ਰਿਕਾਰਡ ਰੱਖਣ ਲਈ ਕਿਹਾ ਗਿਆ। ਰਿਕਾਰਡ ਰੱਖਣ ਲਈ? ਕੋਈ ਵੀ ਜਿਹਾ ਕਰ ਸਕਦਾ ਹੈ। ਤੁਸੀਂ ਝੂਠ ਬੋਲ ਰਹੇ ਹੋ ਨਸਰੀਨ, ਗੱਲ ਕੁਝ ਹੋਰ ਹੀ ਹੈ। ਫਿਰ ਮੈਂ ਮਜਬੂਰ ਹਾਂ ਸੰਧਿਆ। ਜੇ ਜ਼ਿਆਦਾ ਪਰੇਸ਼ਾਨ ਹੈ ਤਾਂ ਤੂੰ ਸੰਪਾਦਕ ਮੈਮ ਕੋਲ ਜਾ ਕੇ ਕਿਉਂ ਨਹੀਂ ਪੁੱਛ ਲੈਂਦੀ? ਉਹ ਨਹੀਂ, ਮੈਂ ਪਰੇਸ਼ਾਨ ਕਿਉਂ ਹੋਵਾਂਗੀ?
ਮੈਨੂੰ ਆਪਣੇ ਡੈਸਕ ਤੇ ਵਾਪਸ ਜਾਣਾ ਚਾਹੀਦਾ ਹੈ। ਚੀਤਾ ਮਾਰਨ ਵਾਲੀ ਕਹਾਣੀ ਆਪਣੇ ਪੋਰਟਲ ਤੇ ਅਪਲੋਡ ਕਰਨੀ ਹੈ। ਬਾਏ। ਬਾਏ ਸੰਧਿਆ, ਆਪਣਾ ਧਿਆਨ ਰੱਖਣਾ। ਹੁਣ ਮੈਂ ਸਮਝ ਸਕਦਾ ਕਿ ਇਹ ਸੱਚਮੁੱਚ ਗੰਭੀਰ ਹੈ। ਕਿਵੇਂ? ਜਿਵੇਂ ਤੁਸੀਂ ਸੰਧਿਆ ਤੋਂ ਇਹ ਛੁਪਾ ਰਹੇ ਸੀ, ਇਸ ਨਾਲ ਸਭ ਕੁਝ ਸਾਫ਼ ਹੋ ਗਿਆ। ਤੁਸੀਂ ਹਮੇਸ਼ਾ ਮੈਨੂੰ ਅਲਪ ਬੁੱਧੀ ਸਮਝਿਆ ਮੈਡਮ, ਪਰ ਹਾਂ ਮੈਂ ਤੇਜ਼। ਓਕੇ ਸ਼ੇਖੀ ਮਾਰਨਾ ਕਾਫੀ ਨਹੀਂ ਹੈ। ਧਿਆਨ ਨਾਲ ਸੁਣ ਜੋ ਮੈਂ ਕਹਿੰਦੀ ਹਾਂ, ਤੇ ਮੇਰੇ ਨਾਲ ਵਾਅਦਾ ਕਰੋ ਕਿ ਇਸ ਦਾ ਇੱਕ ਸ਼ਬਦ ਵੀ ਤੁਸੀਂ ਕਿਸੇ ਨੂੰ ਨਹੀਂ ਕਹੋਗੇ। ਠੀਕ ਹੈ, ਵਾਦਾ। हेलो। ਹੈਲੋ ਜੀ, ਮੈਂ ਨਸਰੀਨ ਗੱਲ ਕਰ ਰਹੀ ਹਾਂ। ओह नसरीन। ਓ ਮਿਸਟਰ ਬਲਵਿੰਦਰ। हाँ ਓਕੇ ਇਹ ਜ਼ਰੂਰ ਤੁਹਾਡਾ ਦੂਸਰਾ ਨੰਬਰ ਹੋਏਗਾ। हाँ मैडम, ਅੱਛਾ मैं इस नंबर ਨੂੰ ਬਹੁਤਾ ਨਹੀਂ ਵਰਤਦਾ। ਜੀ, ਮੈਂ ਸਮਝ ਸਕਦੀ ਹਾਂ। ਉਸ ਜਾਣਕਾਰੀ ਦਾ ਕੀ ਹੋਇਆ ਜੋ ਮੈਂ ਤੁਹਾਡੇ ਕੋਲੋਂ ਪੁੱਛੀ ਸੀ? हाँ मैडम, ਮੈਂ ਆਪਣੇ ਦੋਸਤਾਂ ਨਾਲ ਚੈੱਕ ਕਰ ਚੁੱਕਿਆ। ਉਹ ਕੰਪਨੀ ਅਰਧ ਸ਼ਹਿਰੀ ਖੇਤਰ ਵਿੱਚ ਇੱਕ ਜ਼ਮੀਨ ਖਰੀਦਣ ਜਾ ਰਹੀ ਹੈ। ਮੈਂ ਉਸ ਜ਼ਮੀਨ ਬਾਰੇ ਤਾਂ ਯਕੀਨ ਨਾਲ ਕੁਝ ਨਹੀਂ ਕਹਿ ਸਕਦਾ, ਪਰ ਉਹ ਵਾਲੀ ਜ਼ਮੀਨ ਇੱਥੇ ਸ਼ਹਿਰ ਵਿੱਚ ਨਹੀਂ ਹੈ। ਠੀਕ ਹੈ, ਤੁਸੀਂ ਆਪਣੀ ਨਜ਼ਰ ਰੱਖੋ ਮਿਸਟਰ ਬਲਵਿੰਦਰ। ਇਹ ਸਾਡੇ ਲਈ ਲਾਭਦਾਇਕ ਹੋਏਗੀ। ਹੋਰ ਕੁਝ? ਨਹੀਂ ਮੈਡਮ, ਬਸ ਇਹੀ ਹੈ ਜੋ ਮੈਂ ਤੁਹਾਨੂੰ ਇਸ ਸਮੇਂ ਦੱਸ ਸਕਦਾ ਹਾਂ। ਬਹੁਤ ਧੰਨਵਾਦ। ਜਿਵੇਂ ਹੀ ਤੁਹਾਨੂੰ ਕੋਈ ਜਾਣਕਾਰੀ ਮਿਲਦੀ ਹੈ ਤਾਂ ਮੈਨੂੰ ਦੱਸਣਾ। ਜ਼ਰੂਰ, ਪੱਕਾ ਮੈਡਮ। ਬਾਏ। ਬਾਏ ਮਿਸਟਰ ਬਲਵਿੰਦਰ। ਤੁਹਾਡਾ ਦਿਨ ਵਧੀਆ ਗੁਜ਼ਰੇ। ਜੇ ਤੁਸੀਂ ਜਾਣਕਾਰੀ ਇਸ ਤਰੀਕੇ ਨਾਲ ਪਤਾ ਕਰ ਸਕਦੇ ਹੋ, ਫਿਰ ਬਨੌਟੀ ਬੌਧਿਕਤਾ ਉੱਪਰ ਨਿਰਭਰਤਾ ਕਿਉਂ? ਤੁਹਾਡੀ ਬੌਧਿਕਤਾ ਹੀ ਲੋੜ ਤੋਂ ਜ਼ਿਆਦਾ ਹੈ। ਆਪਾਂ ਨੂੰ ਇਸ ਕੋਨੇ ਵਾਲੇ ਕਮਰੇ 'ਚ ਬੈਠ ਕੇ ਚੋਰੀ ਕੰਮ ਕਰਨ ਦੀ ਕੀ ਲੋੜ ਹੈ? ਇਹ ਸਿਰਫ ਸੌਫਟਵੇਅਰ ਵਿੱਚ ਪਾਉਣ ਲਈ ਹੈ ਰੋਹਿਤ। ਪਿਛਲੇ 3 ਦਿਨਾਂ ਵਿੱਚ ਜਦੋਂ ਦੇ ਆਪਾਂ ਇੱਥੇ ਆਏ, ਮੈਂ ਬਹੁਤ ਸਾਰੀ ਜਾਣਕਾਰੀ ਹਾਸਲ ਕਰ ਲਈ ਔਨ ਮੀਡੀਆ ਤੇ ਆਫ ਮੀਡੀਆ। ਪ੍ਰਤੀਕਿਰਿਆ ਅਜਿਹੀ ਬਹੁਤ ਸਾਰੀ ਹੋਰ ਜਾਣਕਾਰੀ ਉੱਪਰ ਆਧਾਰਿਤ ਹੋਵੇਗੀ। ਤੁਹਾਨੂੰ ਪਤਾ ਹੈ ਇਸ ਪ੍ਰੋਗਰਾਮ ਨੂੰ ਨਾਮ ਕੀ ਦਿੱਤਾ ਗਿਆ ਹੈ? ਨਹੀਂ ਪਤਾ। ਕੀ? ਇਹ ਕੁਝ ਕਵਿਤਾਮਈ ਹੈ। ਇਸ ਨੂੰ ਗਹਿਰਾ ਪ੍ਰਭਾਵ ਕਿਹਾ ਜਾ ਰਿਹਾ ਹੈ। ਗਹਿਰਾ ਪ੍ਰਭਾਵ। ਹਾਂ, ਦਿਮਾਗ 'ਚ ਇੱਕ ਘੰਟੀ ਵੱਜੀ। ਡੀਪ ਬਲੂ, ਯਾਨੀ ਗਹਿਰਾ। ਹਾਂ, ਮੈਨੂੰ ਮਿਲ ਗਿਆ। ਡੀਪ ਬਲੂ? ਕੋਈ ਸਮੁੰਦਰੀ ਲਹਿਰ? ਨਹੀਂ। ਤੁਹਾਨੂੰ ਸ਼ਤਰੰਜ ਕੋਈ ਇੰਟਰਸਟ ਹੈ? ਕੋਈ ਆਈਡੀਆ ਹੋਏ ਕਿ ਕੰਪਿਊਟਰ ਸ਼ਤਰੰਜ ਕਿਵੇਂ ਖੇਡਦਾ ਹੈ? ਜ਼ਰਾ ਜਿੰਨੀ ਵੀ ਦਿਲਚਸਪੀ ਨਹੀਂ ਹੈ। ਸ਼ਤਰੰਜ ਬਹੁਤ ਹੀ ਮੁਸ਼ਕਿਲ ਹੈ ਰੋਹਿਤ। ਮੈਂ ਆਪਣੇ ਦਾਦਾ ਜੀ ਨੂੰ ਆਪਣੇ ਅੰਕਲ ਨਾਲ ਸ਼ਤਰੰਜ ਖੇਡਦੇ ਵੇਖਿਆ। ਮੈਂ ਕਦੇ ਵੀ ਇਸ ਦੀਆਂ ਚਾਲਾਂ ਜਾਂ ਯੋਜਨਾਵਾਂ ਨੂੰ ਸਮਝਣ ਲਈ ਦਿਲਚਸਪੀ ਨਹੀਂ ਵਿਖਾਈ। ਵਧੀਆ ਬਹਾਨਾ ਹੈ। ਬਹੁਤ ਮੁਸ਼ਕਲ ਹੈ ਨਾ ਬਈ, ਕੋਈ ਵੀ ਇਨਕਾਰ ਪਰ ਮਨਾ ਨਹੀਂ ਕਰੇਗਾ ਕਿ ਇਹ ਇੱਕ ਬਹੁਤ ਮੁਸ਼ਕਿਲ ਬੋਰਡ ਗੇਮ ਹੈ। ਇਸ ਖੇਡ ਦੇ ਮਾਸਟਰਾਂ ਨੂੰ ਓਨਾ ਹੀ ਸਤਿਕਾਰ ਮਿਲਦਾ ਹੈ ਜਿੰਨਾ ਕਿ ਵੱਡੇ ਸਿਤਾਰਿਆਂ ਨੂੰ। ਬੌਬੀ ਫਿਸ਼ਰ, ਵਿਸ਼ਵਨਾਥਨ ਆਨੰਦ, ਗੈਰੀ ਕਾਸਪਰੋਵ, ਲਿਜ਼ਲ ਸ਼ਾਰਟਸ, ਵਲਾਦੀਸੀਰ ਕ੍ਰਸਨੀਕ। ਖੇਡ ਦੇ ਸਭ ਤੋਂ ਵੱਡੇ ਖਿਡਾਰੀ ਬਹੁਤ ਹੀ ਵਧੀਆ ਰਹੇ ਨੇ, ਬਹੁਤ ਹੀ ਦਿਮਾਗੀ। ਹਾਂ ਮੈਂ ਸਮਝਦੀ ਹਾਂ, ਪਰ ਉਸ ਦਾ ਆਪਣੇ ਪ੍ਰੋਗਰਾਮ ਨਾਲ ਕੀ ਮਤਲਬ ਹੈ? ਐਕਚੁਅਲੀ ਤੁਸੀਂ ਖੇਡ 'ਚ ਸਭ ਤੋਂ ਵਧੀਆ ਖਿਡਾਰੀ ਨੂੰ ਵੀ ਮਸ਼ੀਨ ਪ੍ਰੋਗਰਾਮ ਰਾਹੀਂ ਚੁਣੌਤੀ ਦੇ ਸਕਦੇ ਹੋ। ਇਸ ਤਰ੍ਹਾਂ ਦੇ ਪ੍ਰੋਗਰਾਮ ਨੂੰ ਡੀਪ ਬਲੂ ਕਿਹਾ ਜਾਂਦਾ ਸੀ। ਓਹ, ਇਸੇ ਲਈ ਤੁਸੀਂ ਬਹੁਤ ਉਤਸ਼ਾਹਿਤ ਸੀ ਨਾਮ ਨੂੰ ਲੈ ਕੇ। ਬਿਲਕੁਲ। ਡੀਪ ਬਲੂ ਨੇ 1996 'ਚ ਪਹਿਲੀ ਵਾਰ ਆਪਣੀ ਸ਼ਕਤੀ ਪ੍ਰਦਰਸ਼ਿਤ ਕੀਤੀ ਸੀ, ਜਦੋਂ ਇਸਨੇ ਗੈਰੀ ਕਾਸਪਰੋਵ ਨੂੰ 6 ਖੇਡਾਂ 'ਚੋਂ 1 ਵਿੱਚ ਹਰਾ ਦਿੱਤਾ ਸੀ। ਉਸ ਸਮੇਂ ਉਹ ਰਾਜ ਕਰਨ ਵਾਲਾ ਵਰਲਡ ਚੈਂਪੀਅਨ ਸੀ। ਖੇਡ ਤੋਂ ਬਾਅਦ ਕਰਵਾਏ ਗਏ ਇੰਟਰਵਿਊ 'ਚ ਕਾਸਪਰੋਵ ਨੇ ਕਿਹਾ ਕਿ ਉਹ ਕੰਪਿਊਟਰ ਦੀਆਂ ਸਮਰਥਾਵਾਂ ਤੋਂ ਬਹੁਤ ਹੈਰਾਨ ਸੀ। ਸੋ ਇੰਟਰਸਟਿੰਗ, ਮੈਨੂੰ ਇਸ ਦਾ ਕਦੇ ਪਤਾ ਹੀ ਨਹੀਂ ਸੀ। ਹਾਂ, ਖੇਡ ਤੋਂ ਬਾਅਦ ਮਸ਼ੀਨ ਦੇ ਨਿਰਮਾਤਾਵਾਂ ਨੇ ਡੀਪ ਬਲੂ ਨੂੰ ਭਾਰੀ ਅਪਗ੍ਰੇਡ ਕੀਤਾ ਤੇ ਕਾਸਪਰੋਵ ਨੂੰ ਦੁਬਾਰਾ ਖੇਡਣ ਲਈ ਸੱਦਿਆ। ਕਾਸਪਰੋਵ ਨੇ ਚੁਣੌਤੀ ਨੂੰ ਸਵੀਕਾਰ ਕੀਤਾ ਤੇ ਮੈਚ ਮਈ 1997 'ਚ ਹੋਇਆ। ਇਸ ਸਮੇਂ ਡੀਪ ਬਲੂ ਨੇ ਕਾਸਪਰੋਵ ਨੂੰ ਹਰਾਇਆ ਵੀ ਤੇ ਪੂਰਾ ਮੈਚ ਵੀ ਜਿੱਤਿਆ। ਤੁਹਾਡਾ ਮਤਲਬ ਹੈ ਕਿ ਡੀਪ ਬਲੂ
ਸਾਰੇ ਜ਼ਰੂਰੀ ਹਾਰਡਵੇਅਰਸ ਵਾਲੀ ਇੱਕ ਪੂਰੀ ਮਸ਼ੀਨ ਹੈ। ਹਾਂ, ਤੁਸੀਂ ਬਿਲਕੁਲ ਠੀਕ ਕਿਹਾ। ਮੈਨੂੰ ਇਸ ਦਾ ਜ਼ਿਕਰ ਪਹਿਲਾਂ ਕਰਨਾ ਚਾਹੀਦਾ ਸੀ। ਕੰਪਿਊਟਰ ਵਿਕਾਸ ਦੇ ਉਸ ਪੜਾਅ ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਨੂੰ ਚਲਾਉਣ ਲਈ ਇੱਕ ਪੂਰੀ ਸਮਰਪਿਤ ਮਸ਼ੀਨ ਦੀ ਜ਼ਰੂਰਤ ਪੈਂਦੀ ਸੀ। ਅੱਜ ਉਹ ਵਾਲੀ ਗੱਲ ਨਹੀਂ ਰਹੀ। ਹਾਂ ਰੋਹਿਤ, ਮੈਨੂੰ ਇਸ ਦੇ ਬਾਰੇ ਹੋਰ ਦੱਸੋ, ਮੈਂ ਬਹੁਤ ਹੈਰਾਨ ਹਾਂ। ਕਾਸਪਰੋਵ ਗੁੱਸੇ ਹੋ ਗਿਆ। ਉਹਨੇ ਸੰਬੰਧਿਤ ਕੰਪਨੀ ਉੱਪਰ ਧੋਖਾਧੜੀ ਦਾ ਦੋਸ਼ ਲਗਾਇਆ। ਅੱਛਾ। ਕਿਉਂਕਿ ਉਸਨੇ ਕਿਹਾ ਸੀ ਕਿ ਕੰਪਿਊਟਰ ਦੀਆਂ ਚਾਲਾਂ ਕਿਤੇ ਜ਼ਿਆਦਾ ਵਧੀਆ ਸੀ। ਉਸਨੇ ਡੀਪ ਬਲੂ ਨੂੰ ਦੁਬਾਰਾ ਖੇਡਣ ਲਈ ਚੁਣੌਤੀ ਦਿੱਤੀ, ਪਰ ਦੁਬਾਰਾ ਇਹ ਮੈਚ ਨਹੀਂ ਹੋਇਆ। ਵਿਚਾਰਾ ਕਾਸਪਰੋਵ। ਫਿਰ ਡੀਪ ਬਲੂ ਸੇਵਾ ਮੁਕਤ ਹੋ ਗਿਆ ਤੇ ਇਸ ਨੂੰ ਪੁਰਜ਼ਾ ਕਰ ਦਿੱਤਾ ਗਿਆ। ਅੱਜ ਇਹਦੇ ਕੁਝ ਹਿੱਸੇ ਨੈਸ਼ਨਲ ਮਿਊਜ਼ੀਅਮ ਆਫ ਅਮਰੀਕਨ ਹਿਸਟਰੀ ਤੇ ਕੰਪਿਊਟਰ ਹਿਸਟਰੀ ਮਿਊਜ਼ੀਅਮ 'ਚ ਦੇਖੇ ਜਾ ਸਕਦੇ ਨੇ। ਇਹ ਕੰਪਿਊਟਰ 100 ਮਿਲੀਅਨ ਮੀਨਸ 10 ਕਰੋੜ ਪੋਜੀਸ਼ਨਾਂ ਦਾ ਹਿਸਾਬ 1 ਮਿੰਟ 'ਚ ਕਰਨ ਦੇ ਸਮਰਥ ਸੀ। ਸੱਚਮੁੱਚ? ਹਾਂ, ਹਾਲਾਂਕਿ ਖੇਡ ਦੇ ਵਿਸ਼ਲੇਸ਼ਣ ਤੋਂ ਇਹ ਪਤਾ ਲੱਗਾ ਕਿ ਕਾਸਪਰੋਵ ਦੀਆਂ ਚਾਲਾਂ ਨੂੰ ਸਮਝਣ 'ਚ ਕੰਪਿਊਟਰ ਨੇ ਅਸਾਧਾਰਨ ਨੁਕਸਾਂ ਤੇ ਮਾੜੇ ਨਿਰਣਿਆਂ ਦਾ ਪ੍ਰਦਰਸ਼ਨ ਕੀਤਾ ਸੀ। ਪਰ ਡੀਪ ਬਲੂ ਦੀ ਜਿੱਤ ਨੇ ਸਾਬਤ ਕਰ ਦਿੱਤਾ ਸੀ ਕਿ ਸ਼ਤਰੰਜ ਖੇਡ ਮਨੁੱਖੀ ਸੂਝ ਤੇ ਰਚਨਾਤਮਕਤਾ ਦੀ ਅਣਦੇਖੀ ਕਰਕੇ ਸਿਰਫ ਗੁੰਝਲਦਾਰ ਗਣਿਤ ਦੀ ਵਰਤੋਂ ਦੇ ਸਹਾਰੇ ਵੀ ਜਿੱਤੀ ਜਾ ਸਕਦੀ ਹੈ। ਓਕੇ, ਹੁਣ ਮੈਨੂੰ ਆਪਣੇ ਆਪ ਕੁਝ ਸੋਚਣ ਦਿਓ। ਜੋ ਵੀ ਤੁਸੀਂ ਕਿਹਾ ਉਸ ਦਾ ਮਤਲਬ ਹੈ ਕਿ ਜਿੱਤ ਬਨਾਵਟੀ ਬੌਧਿਕਤਾ ਦੀ ਜਟਿਲਤਾ ਦਾ ਹੀ ਸਬੂਤ ਹੈ। ਇਹ ਸਾਫ਼ ਸੀ ਕਿ AI ਮਨੁੱਖੀ ਬੌਧਿਕਤਾ ਦੇ ਪੱਧਰ ਤੱਕ ਪੁੱਜ ਰਿਹਾ ਸੀ ਤੇ ਸਭ ਤੋਂ ਮਹੱਤਵਪੂਰਨ ਇਹ ਹੈ ਕਿ ਇਹ ਦਰਸਾਉਂਦਾ ਹੈ ਕਿ ਮਸ਼ੀਨਾਂ ਮਨੁੱਖੀ ਚੈਂਪੀਅਨਸ ਨੂੰ ਹਰਾਉਣ ਦੇ ਸਮਰੱਥ ਹੋ ਚੁੱਕੀਆਂ ਨੇ। ਬਿਲਕੁਲ। ਕੀ ਸਾਡੇ ਆਨੰਦ ਨੇ ਖੇਡੀ ਕੋਈ ਅਜਿਹੀ ਖੇਡ? ਮੇਰਾ ਮਤਲਬ ਹੈ ਕਿ ਕੰਪਿਊਟਰ ਦੇ ਵਿਰੁੱਧ। ਹਾਂ, 1998 'ਚ ਆਨੰਦ ਨੂੰ ਰੈਬਲ ਨਾਂ ਦੀ ਇੱਕ ਮਸ਼ੀਨ ਨਾਲ ਖੇਡਣ ਦਾ ਮੌਕਾ ਮਿਲਿਆ ਸੀ। ਇਸ ਵਾਰ ਮਨੁੱਖੀ ਖਿਡਾਰੀ ਜਿੱਤਿਆ ਤੇ ਉਸਨੇ ਆਪਣੀ ਨਸਲ ਦੀ ਖੋਈ ਹੋਈ ਇੱਜ਼ਤ ਨੂੰ ਮੁੜ ਬਹਾਲ ਕੀਤਾ। ਇਹ ਜਾਣ ਕੇ ਬਹੁਤ ਖੁਸ਼ੀ ਹੋਈ। ਮੈਂ ਆਨੰਦ ਦੀ ਫੈਨ ਹਾਂ, ਪਰ ਮੈਨੂੰ ਇਹ ਖੇਡ ਸਮਝ ਨਹੀਂ ਆਉਂਦੀ। ਡੀਪ ਬਲੂ ਹੁਣ ਬੀਤਿਆ ਕੱਲ ਹੈ। ਤੁਹਾਨੂੰ ਪਤਾ ਹੈ ਨਸਰੀਨ, ਇਹਨਾਂ ਮਸ਼ੀਨਾਂ ਦਾ ਮੁੱਖ ਦੋਸ਼ ਇਹ ਹੈ ਕਿ ਇਹ ਪ੍ਰਤੀਕਿਰਿਆਤਮਕ ਨੇ। ਪ੍ਰਤੀਕਿਰਿਆਤਮਕ ਮਤਲਬ ਹਰ ਸਿਸਟਮ ਕਿਸੇ ਨਾ ਕਿਸੇ ਉਤੇਜਨਾ ਪ੍ਰਤੀ ਹੀ ਪ੍ਰਤੀਕਿਰਿਆ ਕਰਦਾ ਹੈ। ਮੇਰੇ ਕਹਿਣ ਦਾ ਭਾਵ ਇਹ ਹੈ ਕਿ ਉਹਨਾਂ ਮਸ਼ੀਨਾਂ ਕੋਲ ਬੀਤੇ ਸਮੇਂ ਦੀ ਯਾਦਦਾਸ਼ਤ ਜਾਂ ਬੀਤੇ ਸਮੇਂ ਦਾ ਤਜਰਬਾ ਉਹਨਾਂ ਦੀ ਮੈਮਰੀ 'ਚ ਰਿਕਾਰਡ ਨਹੀਂ ਸੀ ਹੁੰਦਾ ਤੇ ਉਹ ਉਸ ਦੀ ਕੋਈ ਕਾਰਵਾਈ ਨਹੀਂ ਕਰ ਸਕਦੀਆਂ ਸੀ। ਡੀਪ ਬਲੂ ਚਲੰਤ ਮੁੱਦਿਆਂ ਤੇ ਹੀ ਕਾਰਵਾਈ ਕਰ ਸਕਦਾ ਸੀ। ਹੁਣ ਤੱਕ ਤਾਂ ਹਾਲਾਤਾਂ ਵਿੱਚ ਬਹੁਤ ਸੁਧਾਰ ਹੋਇਆ ਹੋਣਾ ਚਾਹੀਦਾ ਹੈ। ਕੋਈ ਸ਼ੱਕ ਨਹੀਂ ਹੈ ਨਸਰੀਨ। ਇਸ ਲਾਈਨ 'ਚ ਤਾਜ਼ਾ ਮਸ਼ੀਨ ਅਲਫਾਗੋ ਹੈ। ਇਹਨੇ ਸ਼ਤਰੰਜ ਨੂੰ ਸਿਰਫ 4 ਘੰਟਿਆਂ 'ਚ ਹੀ ਸਿੱਖਿਆ ਸੀ। ਇਹ ਡੈਨਿਸ ਹਸਾਬਿਸ ਦੁਆਰਾ ਡਿਜ਼ਾਈਨ ਕੀਤਾ ਗਿਆ ਸੀ। ਅੱਜ ਕੱਲ੍ਹ ਸ਼ਤਰੰਜ ਦੀ ਜ਼ਿਆਦਾ ਪ੍ਰਤੀਯੋਗਿਤਾ ਸ਼ਤਰੰਜ ਦੇ 2 ਸੌਫਟਵੇਅਰਾਂ ਦਰਮਿਆਨ ਹੈ। ਹੁਣ ਹਾਲਾਤ ਬਦਲ ਗਏ ਨੇ ਨਸਰੀਨ। ਸੱਚਮੁੱਚ? ਜ਼ਰੂਰ। ਸ਼ਤਰੰਜ ਸਿੱਖਣ ਤੋਂ ਬਾਅਦ ਐਲਫਾਗੋ ਨੇ ਵਿਸ਼ਵ ਦੇ ਸਰਵੋਤਮ ਸ਼ਤਰੰਜ ਸੌਫਟਵੇਅਰ ਸਟਾਕਫਿਸ਼ 8 ਨੂੰ ਹਰਾਇਆ। ਇਹ 100 ਖੇਡ ਵਾਲਾ ਇੱਕ ਮੈਚ ਸੀ ਤੇ ਯਕੀਨਨ ਐਲਫਾਗੋ ਜਿੱਤ ਗਿਆ। ਵਧੀਆ ਸਿਖਲਾਈ ਸੈਸ਼ਨ ਰੋਹਿਤ, ਪਰ ਇੱਕ ਗੱਲ ਹੋਰ ਹੈ ਕਿ ਮੈਂ ਇਹਨਾਂ 3 ਦਿਨਾਂ ਵਿੱਚ ਜੋ ਸਿੱਖਿਆ ਹੈ ਉਹ ਇਹ ਹੈ ਕਿ ਸਾਡਾ AI ਸੌਫਟਵੇਅਰ ਇੱਕ ਅਜਿਹੀ ਫਰਮ ਨੇ ਤਿਆਰ ਕੀਤਾ ਹੈ ਜੋ ਕਿ ਸਰਵਜਨਿਕ ਯਾਨੀ ਜਨਰਲ AI ਤੱਕ ਪਹੁੰਚਣ ਦਾ ਯਤਨ ਕਰ ਰਹੀ ਹੈ। ਇਹ ਤਾਂ ਦੂਰ ਦੀ ਗੱਲ ਹੈ। ਸਾਰਵਜਨਕ ਯਾਨੀ ਜਨਰਲ AI ਅਜੇ ਕਿਤੇ ਵੀ ਨਹੀਂ ਹੈ। ਚਲੋ ਹਾਲ ਦੀ ਘੜੀ ਆਪਾਂ ਆਪਣੇ ਪ੍ਰੋਗਰਾਮ ਤੇ ਧਿਆਨ ਦੇਈਏ। ਮੈਨੂੰ ਦੱਸੋ ਰੋਹਿਤ, ਤੁਹਾਨੂੰ ਇਹ ਪ੍ਰੋਗਰਾਮ ਕਿਸ ਤਰ੍ਹਾਂ ਲੱਗਿਆ? ਇਹ ਸਾਨੂੰ ਵਧੀਆ ਸੇਧ ਦੇ ਰਿਹਾ। ਅਸੀਂ ਹੁਣ ਕੁਝ ਅਜਿਹੇ ਕੰਮਾਂ ਦੀ ਭਵਿੱਖਬਾਣੀ ਕਰਨ ਦੇ ਯੋਗ ਹੋ ਗਏ ਹਾਂ ਜਿਹੜੇ ਕਿ ਸਾਡੇ ਤਤਕਾਲ ਪ੍ਰਤੀਯੋਗੀ ਤਕਰੀਬਨ 1 ਮਹੀਨੇ ਬਾਅਦ ਕਰਨਗੇ। ਇਹ ਸਭ ਬਹੁਤ ਵਧੀਆ ਹੈ ਨਸਰੀਨ, ਪਰ ਇਹ ਅਜੇ ਵੀ ਬਹੁਤ ਹੀ ਮੁੱਢਲੇ ਪੱਧਰ ਤੇ ਹੈ। ਤੁਸੀਂ ਇਸ 'ਚ ਸੂਚਨਾ ਭਰਦੇ ਹੋ ਤਾਂ ਹੀ ਇਹ ਪ੍ਰਤੀਕਿਰਿਆ ਕਰਦਾ ਹੈ। ਇਹ ਬੀਤੀਆਂ ਯਾਦਾਂ ਤੇ ਤਜਰਬਿਆਂ ਤੇ ਐਕਸ਼ਨ ਕਰਨ ਲਈ ਨਹੀਂ ਬਣਿਆ। ਮੀਡੀਆ ਦੇ ਸੰਸਾਰ 'ਚ ਇਸ ਕੋਲ ਭੂਤਕਾਲ ਦੀਆਂ ਉਦਾਹਰਣਾਂ ਦੀ ਯਾਦਦਾਸ਼ਤ ਵਾਸਤੇ ਜਗ੍ਹਾ ਹੀ ਨਹੀਂ ਹੈ। ਸਹੀ ਕਿਹਾ। ਮੈਮਰੀ ਸਪੇਸ ਦੀ ਕੋਈ ਸਮੱਸਿਆ ਨਹੀਂ ਇਹਨਾਂ ਦਿਨਾਂ ਵਿੱਚ ਰੋਹਿਤ। ਕਮ ਆਨ। ਮੈਮਰੀ ਸਪੇਸ ਦੀ ਗੱਲ ਨਹੀਂ ਹੈ ਮੈਡਮ, ਗੱਲ ਨਤੀਜੇ ਕੱਢਣ, ਹਾਈ ਸਪੀਡ ਤੇ ਡਾਟਾ ਪ੍ਰੋਸੈਸਿੰਗ ਤੇ ਸਭ ਤੋਂ ਮਹੱਤਵਪੂਰਨ ਨਵੇਂ ਤਰੀਕੇ ਨਾਲ ਅਜਿਹੇ ਕੰਮ ਕਰਨ ਲਈ ਲੋੜੀਂਦੀ ਸਪੇਸ ਦੀ ਹੈ। ਇਹ AI ਉਸ ਦੇ ਨੇੜੇ ਤੇੜੇ ਵੀ ਨਹੀਂ ਹੈ। ਓਕੇ, ਪਰ ਮੈਂ ਤਾਂ ਆਪਣਾ ਕੰਮ ਕਰਨਾ ਹੈ ਨਾ। ਤੁਸੀਂ ਬਿਲਕੁਲ ਸਹੀ ਹੋ। AI ਦੇ ਭਵਿੱਖ ਬਾਰੇ ਜ਼ਿਆਦਾ ਚਿੰਤਤ ਹੋਣ ਨਾਲੋਂ
ਆਪਾਂ ਹੁਣ ਆਪਣੇ ਵਰਤਮਾਨ ਕੰਮ ਤੇ ਧਿਆਨ ਦਈਏ। ਬਿਲਕੁਲ ਸਹੀ ਕਿਹਾ। ਮੈਂ ਹੁਣ ਪੁਲਿਸ ਹੈੱਡਕੁਆਟਰ ਜਾਣਾ ਹੈ। ਅਗਰ ਤੁਸੀਂ ਬੁਰਾ ਨਾ ਮਨਾਓ ਤਾਂ ਮੇਰਾ ਸਾਥ ਦਿਓਗੇ? ਮੈਂ ਜਾ ਤਾਂ ਸਕਦਾ ਸੀ, ਪਰ ਤੁਸੀਂ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਦੇ ਦਿੱਤੀਆਂ ਨੇ ਅਪਲੋਡ ਕਰਨ ਲਈ। ਓਕੇ, ਸੌਰੀ ਮੈਂ ਭੁੱਲ ਗਈ ਸੀ। ਠੀਕ ਹੈ, ਫਿਰ ਤੁਸੀਂ ਆਪਣਾ ਕੰਮ ਕਰੋ ਤੇ ਮੈਂ ਹੁਣੇ ਵਾਪਸ ਆ ਜਾਵਾਂਗੀ। ਠੀਕ ਹੈ, ਬਾਏ। ਆਪਣਾ ਖਿਆਲ ਰੱਖਣਾ। ਹਾਂ, ਬਾਏ। ਹੈਲੋ ਸੰਤੋਸ਼, ਕੋਈ ਪ੍ਰੋਗਰੈਸ ਡਾਟਾ ਚੋਰੀ ਦੇ ਕੇਸ ਵਿੱਚ? ਮੈਂ ਤੁਹਾਨੂੰ ਕਿਹਾ ਸੀ ਕਿ ਅਗਰ ਕੋਈ ਪ੍ਰੋਗਰੈਸ ਹੋਈ ਤਾਂ ਮੈਂ ਤੁਹਾਨੂੰ ਕਾਲ ਕਰਾਂਗੀ। ਮੈਮ, ਤੁਹਾਨੂੰ ਇੱਥੇ ਆਉਣ ਦੀ ਜ਼ਰੂਰਤ ਕੀ ਸੀ? ਹਾਂ, ਅਜਿਹਾ ਤੁਸੀਂ ਕਿਹਾ ਸੀ, ਪਰ ਤੁਸੀਂ ਸਮਝ ਸਕਦੇ ਹੋ ਕਿ ਇਹ ਇੱਕ ਮੁਕਾਬਲੇ ਵਾਲਾ ਖੇਤਰ ਹੈ ਤੇ ਹਰ ਕੋਈ ਇਸ ਕੇਸ ਵਿੱਚ ਅੱਗੇ ਰਹਿਣ ਦੀ ਤਾਕ ਵਿੱਚ ਰਹਿੰਦਾ ਹੈ। ਸ਼ਹਿਰ ਇਹ ਜਾਣਨ ਲਈ ਉਤਸੁਕ ਹੈ ਕਿ ਚੋਰੀ ਕਿਸ ਤਰ੍ਹਾਂ ਹੋਈ। ਅਸੀਂ ਦਬਾਅ ਮਹਿਸੂਸ ਕਰ ਸਕਦੇ ਹਾਂ ਮੈਮ। ਇਹ ਕੰਪਨੀ ਇੱਕ ਮੋਹਰੀ ਕੰਪਨੀ ਹੈ ਜੋ ਕਿ ਪਬਲਿਕ ਸੇਵਾ ਵਿੱਚ ਲੱਗੀ ਹੋਈ ਹੈ। ਸੁਭਾਵਕ ਹੈ ਕਿ ਲੋਕਾਈ ਵਿੱਚ ਜਾਣਨ ਲਈ ਉਤਸੁਕਤਾ ਹੀ ਨਹੀਂ ਬਲਕਿ ਉਹਨਾਂ ਨੂੰ ਡਰ ਵੀ ਹੈ। ਸਾਈਬਰ ਕ੍ਰਾਈਮ ਹੁਣ ਕੀ ਅਚੰਭਾ ਨਹੀਂ, ਹਕੀਕਤ ਹੈ। ਇਟਸ ਹਾਰਡ ਰਿਐਲਿਟੀ ਨਾਓ। ਵੈਸੇ ਕੁਝ ਘੰਟੇ ਪਹਿਲਾਂ ਮੈਂ ਇੱਕ ਗੱਲ ਸੁਣੀ ਸੀ ਤੇ ਮੈਂ ਉਸ ਦੀ ਪੜਤਾਲ ਕਰਨਾ ਚਾਹੁੰਦੀ ਹਾਂ ਕਿ ਇਹ ਸੱਚ ਹੈ ਕਿ ਜ਼ੀਦਾ ਨਿਊਜ਼ ਸਾਈਬਰ ਕ੍ਰਾਈਮ ਵਿਭਾਗ ਦੇ ਅਫਸਰਾਂ ਲਈ ਇੱਕ ਨਿੱਜੀ ਪਾਰਟੀ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਮੈਂ ਇਸ 'ਤੇ ਕੋਈ ਟਿੱਪਣੀ ਨਹੀਂ ਕਰ ਸਕਦੀ, ਪਰ ਡਾਟਾ ਚੋਰੀ ਕੇਸ ਨਾਲ ਇਹਦਾ ਕੀ ਸੰਬੰਧ? ਇਸ ਦਾ ਕੋਈ ਸੰਬੰਧ ਨਹੀਂ ਹੈ। ਮੈਂ ਸਹਿਮਤ ਹਾਂ। ਮੈਂ ਸਿਰਫ ਉਤਸੁਕ ਸੀ ਕਿ ਕੀ ਇਹ ਸੱਚਮੁੱਚ ਹੀ ਹੋ ਰਿਹਾ ਹੈ। ਇਹ ਤਾਂ ਬਈ ਸਾਡੇ ਉੱਚ ਅਧਿਕਾਰੀਆਂ ਨੂੰ ਪਤਾ ਹੋਵੇਗਾ। ਮੇਰੇ ਕੋਲ ਤਾਂ ਅਜਿਹੀ ਕੋਈ ਜਾਣਕਾਰੀ ਨਹੀਂ। ਓਕੇ, ਮੈਂ ਤੁਹਾਨੂੰ ਹੋਰ ਜ਼ਿਆਦਾ ਪਰੇਸ਼ਾਨ ਨਹੀਂ ਕਰਾਂਗੀ। ਇਹ ਲੱਗਦਾ ਹੈ ਜਿਵੇਂ ਇਹ ਖਬਰ ਸੱਚੀ। ਕਿਰਪਾ ਕਰਕੇ ਮੇਰੇ ਮੂੰਹ ਵਿੱਚ ਸ਼ਬਦ ਨਾ ਪਾਓ। ਅਗਰ ਤੁਹਾਨੂੰ ਠੀਕ ਲੱਗੇ ਤਾਂ ਤੁਸੀਂ ਸਿੱਧਾ ਡਿਪਟੀ ਕਮਿਸ਼ਨਰ ਤੋਂ ਪੁੱਛ ਸਕਦੇ ਹੋ। ਇਸ ਦੀ ਜ਼ਰੂਰਤ ਨਹੀਂ ਹੈ ਸੰਤੋਸ਼। ਇਹ ਕਿਸੇ ਅਖਬਾਰ ਦੀ ਕਹਾਣੀ ਲਈ ਨਹੀਂ ਹੈ। ਮੈਂ ਸਿਰਫ ਉਤਸੁਕ ਹਾਂ। ਓਕੇ ਜੀ, ਬਾਏ। ਮੈਂ ਆਪਣੇ ਸਭ ਸਾਥੀ ਪੱਤਰਕਾਰਾਂ ਦਾ ਇਸ ਮੀਟਿੰਗ 'ਚ ਸਵਾਗਤ ਕਰਦੀ ਹਾਂ। ਇੱਕ ਕਾਨਫਰੰਸ ਤੋਂ ਇਲਾਵਾ ਇਹ ਇੱਕ ਮੌਕਾ ਹੈ ਆਪਣੀ ਯਾਤਰਾ ਦੇ 10 ਸਾਲ ਪੂਰੇ ਕਰਨ ਦੀ ਸਫਲਤਾ ਦੇ ਜਸ਼ਨ ਨੂੰ ਮਨਾਉਣ ਦਾ। ਮੈਂ ਸ਼੍ਰੀ ਮਨਚੰਦਾ, ਸਾਡੇ ਮੈਨੇਜਿੰਗ ਡਾਇਰੈਕਟਰ ਨੂੰ ਇਸ ਮੀਟਿੰਗ ਨੂੰ ਸੰਬੋਧਨ ਕਰਨ ਲਈ ਬੇਨਤੀ ਕਰਾਂਗੀ। ਫਿਰ ਆਪਾਂ ਸਵਾਲ ਜਵਾਬ ਕਰ ਸਕਦੇ ਹਾਂ। ਭਾਈਓ ਤੇ ਭੈਣੋ, ਇਹ ਆਪਣੇ ਸਭ ਲਈ ਖੁਸ਼ੀ ਦਾ ਮੌਕਾ ਹੈ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ 3 ਮਹੀਨਿਆਂ ਵਿੱਚ ਸਾਡੇ ਮੀਡੀਆ ਵਿੰਗ ਨੇ ਸਰਕੂਲੇਸ਼ਨ 'ਚ ਭਾਰੀ ਵਾਧਾ ਦਰਜ ਕੀਤਾ ਹੈ। ਸਾਨੂੰ ਆਪਣੀ ਟੀਮ ਦੇ ਪੱਤਰਕਾਰਾਂ ਤੇ ਸੰਪਾਦਕਾਂ ਤੇ ਪੂਰਾ ਮਾਣ ਹੈ। ਮੈਂ ਤੁਹਾਨੂੰ ਇੱਕ ਲੰਬੇ ਭਾਸ਼ਣ ਨਾਲ ਬੋਰ ਨਹੀਂ ਕਰਨਾ ਚਾਹੁੰਦਾ, ਪਰ ਮੈਂ ਇਹ ਜ਼ਰੂਰ ਕਹਾਂਗਾ ਕਿ ਸਾਡੀ ਕੰਪਨੀ ਦੇ ਪੱਤਰਕਾਰਾਂ ਕੋਲ ਪੱਤਰਕਾਰਤਾ ਦੀ ਸੱਚੀ ਆਤਮਾ ਹੈ ਤੇ ਅਸੀਂ ਸਭ ਇੱਥੇ ਲੋਕਤੰਤਰ ਦੇ ਪਹਿਰੇਦਾਰ। ਇੱਥੇ ਆਉਣ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਹੁਣ ਮੈਂ ਮਾਈਕ ਸਾਡੀ ਸੰਪਾਦਕਾਂ ਨੂੰ ਦਿੰਦਾ ਹਾਂ। ਇਹਨਾਂ ਸੋਹਣੇ ਸ਼ਬਦਾਂ ਲਈ ਧੰਨਵਾਦ ਸ੍ਰੀ ਮਨਚੰਦਾ ਜੀ। ਮੰਚ ਹੁਣ ਸਵਾਲ ਜਵਾਬ ਲਈ ਖੁੱਲ੍ਹਾ ਹੈ। ਸ਼੍ਰੀ ਮਨਚੰਦਾ ਜੀ, ਪਿਛਲੇ 3 ਮਹੀਨਿਆਂ ਵਿੱਚ ਹੋਈ ਅਚਾਨਕ ਤਰੱਕੀ ਦਾ ਕੀ ਤੁਸੀਂ ਅਸਲ ਕਾਰਨ ਦੱਸ ਸਕਦੇ ਹੋ? ਇਹ ਇੱਕ ਅਚਾਨਕ ਅਤੇ ਤੇਜ਼ ਤਰੱਕੀ ਹੈ। ਮੀਡੀਆ ਬਾਜ਼ਾਰ ਵਿੱਚ ਹਰ ਕੋਈ ਹੱਕਾ ਬੱਕਾ ਰਹਿ ਗਿਆ ਹੈ। ਧੰਨਵਾਦ ਜੈਂਟਲਮੈਨ ਤੁਹਾਡੇ ਪ੍ਰਸ਼ਨ ਲਈ। ਮੈਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਆਪਣੀ ਟੀਮ ਦੇ ਪੱਤਰਕਾਰਾਂ ਤੇ ਸੰਪਾਦਕਾਂ ਦੇ ਧੰਨਵਾਦੀ ਹਾਂ। ਉਹਨਾਂ ਨੇ ਕੰਮ ਬਹੁਤ ਹੀ ਸਮਰਪਣ ਤੇ ਵਧੀਆ ਤਿਆਰੀ ਨਾਲ ਕੀਤਾ ਹੈ। ਸਾਡੀ ਸੰਪਾਦਕਾ ਅਰਪਿਤਾ ਨੇ ਖੁਦ ਅੱਗੇ ਲੱਗ ਕੇ ਲੀਡ ਕੀਤਾ ਹੈ। ਮੈਂ ਸੰਪਾਦਕ ਸਾਹਿਬਾ ਤੋਂ ਪੁੱਛਣਾ ਚਾਹਾਂਗਾ ਕਿ ਕੋਈ ਅਜਿਹਾ 1 ਜਾਂ 2 ਕਰਮਚਾਰੀ ਜਿਨ੍ਹਾਂ ਦੇ ਯੋਗਦਾਨ ਨਾਲ ਤੁਹਾਨੂੰ ਅੱਗੇ ਵਧਣ ਵਿੱਚ ਸਹਿਯੋਗ ਮਿਲਿਆ ਹੋਵੇ? ਇਹ ਬਹੁਤ ਵਧੀਆ ਪ੍ਰਸ਼ਨ ਹੈ। ਅਸੀਂ ਆਪਣੇ ਕਰਮਚਾਰੀਆਂ ਨਾਲ ਪਰਿਵਾਰ ਦੀ ਤਰ੍ਹਾਂ ਵਿਹਾਰ ਕਰਦੇ ਹਾਂ। ਹਰ ਕਿਸੇ ਨੇ ਯੋਗਦਾਨ ਦਿੱਤਾ ਅਤੇ ਇਸ ਲਈ ਮੈਨੂੰ ਨਹੀਂ ਲੱਗਦਾ ਕਿ ਕਿਸੇ 1 ਜਾਂ 2 ਮੈਂਬਰਾਂ ਦਾ ਨਾਮ ਲੈਣਾ ਸਹੀ ਰਹੇਗਾ। ਸ਼੍ਰੀ ਮਨਚੰਦਾ ਜੀ, ਕੀ ਤੁਸੀਂ ਸਮਝਾ ਸਕਦੇ ਹੋ ਕਿ ਕਿਉਂ ਆਪਣੇ 2 ਸੀਨੀਅਰ ਪੱਤਰਕਾਰਾਂ ਨਸਰੀਨ ਤੇ ਰੋਹਿਤ ਨੂੰ ਕੁਝ ਦਿਨ ਪਹਿਲਾਂ ਬਰਖਾਸਤ ਕੀਤਾ ਗਿਆ? ਨਸਰੀਨ ਤਾਂ ਆਫਤਾਂ ਤੇ ਰਿਪੋਰਟਿੰਗ ਕਰਨ ਵਾਲੀ ਇੱਕ ਅੰਤਰਰਾਸ਼ਟਰੀ ਪੁਰਸਕਾਰ ਜੇਤੂ ਹੈ। ਵੈਸੇ ਮੈਨੂੰ ਨਹੀਂ ਲੱਗਦਾ ਕਿ ਇਹਨੂੰ ਬਰਖਾਸਤ ਕਰਨਾ ਕਿਹਾ ਜਾਣਾ ਚਾਹੀਦਾ। ਇਹ ਇੱਕ ਗਤੀਸ਼ੀਲ ਸੰਸਾਰ ਹੈ। ਹਰ ਕਿਸੇ ਨੂੰ ਆਪਣਾ ਕਿੱਤਾ ਚੁਣਨ ਦਾ ਅਧਿਕਾਰ ਹੈ। ਜੋ ਆਪਣੇ ਲਈ ਸਹੀ ਸੋਚਦੇ ਸਨ ਉਹੀ ਉਹਨਾਂ ਨੇ ਕੀਤਾ। ਉਹਨਾਂ ਨੇ ਆਪਣਾ ਤਿਆਗ ਪੱਤਰ ਪੇਸ਼ ਕੀਤਾ ਤੇ ਉਹ ਸਵੀਕਾਰ ਕੀਤਾ ਗਿਆ। ਮੇਰਾ ਖਿਆਲ ਹੈ ਸ਼ਾਇਦ ਇਸ ਉੱਪਰ ਅਰਪਿਤਾ ਟਿੱਪਣੀ ਕਰਨਾ ਪਸੰਦ ਕਰੇਗੀ। ਸਾਡੇ ਮੈਨੇਜਿੰਗ ਡਾਇਰੈਕਟਰ ਸਹੀ ਨੇ।
ਰੋਹਿਤ ਅਤੇ ਨਸਰੀਨ ਬਹੁਤ ਹੀ ਵਧੀਆ ਪੱਤਰਕਾਰ ਨੇ। ਉਹਨਾਂ ਕੋਲ ਆਪਣੇ ਕਿੱਤੇ ਨੂੰ ਚੁਣਨ ਦਾ ਹਰ ਅਧਿਕਾਰ ਹੈ। ਮੈਂ ਉਹਨਾਂ ਨੂੰ ਉਹਨਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੀ ਹਾਂ। ਇਸ ਦੌਰਾਨ ਅਸੀਂ ਨਵੇਂ ਰਿਪੋਰਟਰਸ ਦੀ ਭਰਤੀ ਦੀ ਪਲਾਨ ਤਿਆਰ ਕਰ ਚੁੱਕੇ ਹਾਂ। ਜੋ ਫਰੈਸ਼ਰ ਨੇ ਉਹ ਅਪਲਾਈ ਕਰ ਸਕਦੇ ਨੇ। ਐਕਸਕਿਊਜ਼ ਮੀ ਮੈਡਮ, ਮੇਰਾ ਇੱਕ ਹੋਰ ਸਵਾਲ ਹੈ। ਕੀ ਤੁਹਾਨੂੰ ਨਹੀਂ ਲੱਗਦਾ ਹੁਣ ਸਾਨੂੰ ਦੁਪਹਿਰ ਦਾ ਭੋਜਨ ਕਰਨਾ ਚਾਹੀਦਾ? ਮੈਨੂੰ ਖੁਦ ਨੂੰ ਭੁੱਖ ਲੱਗੀ ਹੈ। ਕਿਉਂ ਸ਼੍ਰੀਮਨ ਚੰਦਾ ਜੀ? ਹਾਂ, ਖਾਣੇ ਦੌਰਾਨ ਆਪਾਂ ਗੱਲਬਾਤ ਕਰ ਸਕਦੇ ਹਾਂ। ਮੈਂ ਤੁਹਾਨੂੰ ਸਭ ਨੂੰ ਲੰਚ ਦਾ ਸੱਦਾ ਦਿੰਦਾ ਹਾਂ। ਕਿਰਪਾ ਕਰਕੇ ਸਾਡਾ ਸਾਥ ਦਿਓ। ਕਈ ਮਹੀਨਿਆਂ ਬਾਅਦ ਅਸੀਂ ਇੱਕ ਲੰਬੇ ਸਫ਼ਰ ਤੇ ਹਾਂ। ਹਾਂ, ਪਰ ਤੁਹਾਡੀ ਇਹ ਬਾਈਕ ਬਹੁਤ ਪੁਰਾਣੀ ਹੋ ਚੁੱਕੀ ਹੈ। ਸ਼ੌਕਰ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਹੇ। ਪੁਰਾਣੀਆਂ ਮਸ਼ੀਨਾਂ ਪੁਰਾਣੇ ਦੋਸਤ ਦੀ ਤਰ੍ਹਾਂ ਹੁੰਦੀਆਂ ਨੇ। ਮੈਂ ਇਹਨਾਂ 'ਚ ਬਦਲਾਵ ਦੇ ਬਿਲਕੁਲ ਖਿਲਾਫ ਹਾਂ। ਕੀ ਤੁਸੀਂ ਉਹਨਾਂ ਦੀ ਚਾਲ ਭਾਂਪ ਲਈ ਸੀ? ਮੈਨੂੰ 2 ਹਫ਼ਤੇ ਪਹਿਲਾਂ ਸੰਧਿਆ ਤੋਂ ਹਿੰਟ ਮਿਲ ਗਿਆ ਸੀ। ਮੈਂ ਸਿਗਨਲ ਨੂੰ ਤੁਹਾਡੇ AI ਪ੍ਰੋਗਰਾਮ ਤੋਂ ਜ਼ਿਆਦਾ ਵਧੀਆ ਤਰੀਕੇ ਨਾਲ ਪੜ੍ਹ ਲਿਆ ਸੀ। ਮੈਂ ਅਜੇ ਵੀ ਯਕੀਨ ਨਹੀਂ ਕਰ ਸਕਦੀ ਕਿ ਇਹ ਸਭ ਅਰਪਿਤਾ ਨੇ ਕੀਤਾ। ਮੈਂ ਬੋਨਸ ਦੀ ਆਸ ਕਰ ਰਹੀ ਸੀ ਤਾਂ ਉਸਨੇ ਤਿਆਗ ਪੱਤਰ ਲਈ ਕਹਿ ਦਿੱਤਾ। ਸਾਡੇ ਕੋਲ ਬਹੁਤ ਸਾਰੀ ਗੁਪਤ ਜਾਣਕਾਰੀ ਸੀ ਨਸਰੀਨ। ਇਹ ਹੋਣਾ ਹੀ ਸੀ। ਤੁਹਾਡਾ ਮਤਲਬ ਹੈ ਕਿ ਉਹ ਸਾਡੇ ਉੱਪਰ ਹੋਰ ਵਿਸ਼ਵਾਸ ਨਹੀਂ ਕਰ ਸਕਦੇ ਸੀ, ਆਪਣੇ ਹਾਊਸ ਲਈ ਇੰਨਾ ਕੁਝ ਕਰਨ ਦੇ ਬਾਵਜੂਦ ਵੀ? ਹਾਂ, ਨਵੀਂ ਬਨੌਟੀ ਬੌਧਿਕਤਾ ਨਾਲ ਸ਼ਾਨਦਾਰ ਕੰਮ ਕਰਨ ਦੇ ਬਾਵਜੂਦ ਵੀ। ਹੁਣ ਸਾਨੂੰ ਕੀ ਕਰਨਾ ਚਾਹੀਦਾ ਰੋਹਿਤ? ਲੰਬੇ ਸਮੇਂ ਤੱਕ ਆਪਾਂ ਵੀ ਨੌਕਰੀ ਤੋਂ ਬਿਨਾਂ ਨਹੀਂ ਰਹਿ ਸਕਦੇ। ਮੈਂ ਤਾਂ ਆਪਣੇ ਪਿਤਾ ਦੀ ਦਵਾਈ ਤੇ ਭਰਾ ਦੀ ਟਿਊਸ਼ਨ ਫੀਸ ਵੀ ਪੇ ਕਰਨੀ ਹੈ। ਆਪਾਂ ਇੱਕ ਨਵੀਂ ਕੰਪਨੀ ਸ਼ੁਰੂ ਕਰਨ ਜਾ ਰਹੇ ਹਾਂ ਮੈਡਮ। ਕੰਪਨੀ ਸ਼ੁਰੂ? ਕੀ ਕਹਿ ਰਹੇ ਹੋ ਤੁਸੀਂ ਰੋਹਿਤ? ਆਪਾਂ ਕਾਰੋਬਾਰੀ ਨਹੀਂ, ਪੱਤਰਕਾਰ ਹਾਂ। ਪੱਤਰਕਾਰ ਹਾਂ, ਪਰ ਪੁਰਾਣੀ ਕਿਸਮ ਦੇ ਨਹੀਂ। ਆਪਾਂ ਡਿਜੀਟਲ ਯੁੱਗ ਦੇ ਨਵੀਨਕਰਤਾ ਹਾਂ। ਉਸ AI ਪ੍ਰੋਗਰਾਮ ਦੇ ਵਿਕਾਸਕਰਤਾ ਨੇ ਕੱਲ ਰਾਤ ਮੈਨੂੰ ਕਾਲ ਕੀਤੀ ਸੀ। ਉਹ ਸਾਡੇ ਨਾਲ ਇੱਕ ਕੰਸਲਟਿੰਗ ਕੰਪਨੀ ਸ਼ੁਰੂ ਕਰਨਾ ਚਾਹੁੰਦਾ ਹੈ ਜੋ ਕਿ ਕਿਸੇ ਵੀ ਹਾਊਸ ਨੂੰ ਆਪਣਾ ਗੁਰ ਵੇਚ ਸਕਦੀ ਹੈ। ਉਹਨੇ ਕਿਹਾ ਹੈ ਕਿ ਇਸ ਦੇ ਲਈ ਦੇਸ਼ 'ਚ ਬਾਜ਼ਾਰ ਪਹਿਲਾਂ ਹੀ ਖੁੱਲ ਚੁੱਕਿਆ ਹੈ। ਸੱਚਮੁੱਚ? ਯਕੀਨ ਕਰੋ ਨਸਰੀਨ, ਉਹਨੇ ਕਿਹਾ ਹੈ ਕਿ ਵੱਡੀਆਂ ਡਾਟਾ ਕੰਪਨੀਆਂ ਸਾਡੇ ਨਾਲ ਜੁੜਨ ਲਈ ਇੱਛੁਕ ਹੋਣਗੀਆਂ। ਤੁਹਾਨੂੰ ਖੁਦ ਡਾਟਾ ਇਕੱਠਾ ਕਰਨ ਜਾਂ ਕਿਸੇ ਪੁਲਿਸ ਹੈੱਡਕੁਆਰਟਰ ਤੇ ਜਾ ਕੇ ਅਜੀਬ ਪ੍ਰਸ਼ਨ ਪੁੱਛਣ ਦੀ ਜ਼ਰੂਰਤ ਨਹੀਂ ਹੈ। ਸੰਬੰਧਿਤ ਕੰਪਨੀਆਂ ਇਸ ਦਾ ਧਿਆਨ ਰੱਖਣਗੀਆਂ। ਇਸ ਦਾ ਮਤਲਬ ਸਿਰਫ ਅਰਪਿਤਾ ਤੇ ਕੰਪਨੀ ਹੀ ਇਸ ਖੇਤਰ ਵਿੱਚ ਖਿਡਾਰੀ ਨਹੀਂ ਰਹਿਣਗੇ, ਬਲਕਿ ਹਰ ਕੋਈ ਆਪਣੇ AI ਸਿਸਟਮ ਨੂੰ ਵਰਤਣ ਦੇ ਯੋਗ ਹੋਵੇਗਾ। ਬੇਸ਼ੱਕ। ਹੁਣ ਮੈਨੂੰ ਕੱਸ ਕੇ ਫੜ ਲਓ ਮੈਡਮ ਨਸਰੀਨ। ਮੈਂ ਹਾਈਵੇ ਤੇ ਹੋਰ ਸਪੀਡ ਦਾ ਆਨੰਦ ਲੈਣਾ ਚਾਹੁੰਦਾ। ਓਕੇ ਮਿਸਟਰ ਰੋਹਿਤ, ਲਓ ਜੀ, ਅਸੀਂ ਇੱਥੇ ਸਾਈਬਰ ਸੰਸਾਰ ਵਿੱਚ ਆ ਗਏ ਹਾਂ। ਤੇ ਲਓ ਹੁਣ ਸੁਣੋ ਸਾਡੀ ਅੱਜ ਦੀ ਕੜੀ ਦੇ ਪੁੱਛੇ ਜਾਣ ਵਾਲੇ ਸਵਾਲ। ਸਵਾਲ ਨੰਬਰ 1, ਪ੍ਰਤੀਕਿਰਿਆ ਕੋਡ ਕੀ ਹੁੰਦਾ ਹੈ? ਸਵਾਲ ਨੰਬਰ 2, ਰੋਹਿਤ ਤੇ ਨਸਰੀਨ ਨੇ ਕੰਪਨੀ ਵੱਲੋਂ ਹਟਾਏ ਜਾਣ ਤੇ ਕਿਵੇਂ ਆਪਣੇ ਆਪ ਨੂੰ ਸਹਾਰਾ ਦਿੱਤਾ? ਇਹਨਾਂ ਸਵਾਲਾਂ ਦੇ ਜਵਾਬ ਭੇਜਣ ਲਈ ਹੁਣ ਸਾਡਾ ਪਤਾ ਨੋਟ ਕਰੋ। ਇੰਚਾਰਜ ਪ੍ਰੋਗਰਾਮ ਆਉਣ ਵਾਲਾ ਕੱਲ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਪਿੰਨ ਕੋਡ 144001। ਤੁਸੀਂ ਸੁਣ ਰਹੇ ਸੀ ਵਿਗਿਆਨ ਲੜੀਵਾਰ ਆਉਣ ਵਾਲਾ ਕੱਲ ਦੀ 21ਵੀਂ ਕੜੀ। ਹਿੱਸਾ ਲੈਣ ਵਾਲੇ ਕਲਾਕਾਰ ਗੁਲਸ਼ਨ ਸੱਗੀ, ਸਤਿਆਜੀਤ, ਅਸ਼ੋਕ ਮਲਹੋਤਰਾ, ਤੋਸ਼ਕ, ਸੁਦੇਸ਼ ਵਿੰਕਲ, ਪਵਨਦੀਪ ਸਿੰਘ, ਸੁਖਵਿੰਦਰ ਕੌਰ, ਸੁਖਵਿੰਦਰ ਵਿਰਕ, ਸੁਰਜੀਤ ਕੌਰ, ਰਮਨਦੀਪ ਤੇ ਗੁਰਵਿੰਦਰ ਸਿੰਘ। ਵਿਸ਼ੇਸ਼ ਸਹਿਯੋਗ ਸਰਬਜੀਤ ਰਿਸ਼ੀ। ਪੇਸ਼ਕਸ਼ ਗੁਰਵਿੰਦਰ ਸਿੰਘ ਤੇ ਅਮਨਦੇਵ ਜੋਸ਼ੀ।